ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦੈਪੁਰ ਦੇ ਨੇੜੇ ਚਤਰਭੁਜ ਸਵਾਮੀ ਦਾ ਮੰਦਰ ਹੈ। ਉੱਥੋਂ ਦਾ ਪੁਜਾਰੀ ਇੱਕ ਦੇਵਾ ਨਾਮ ਦਾ ਪੰਡਾ ਸੀ। 2 ਵੇਲੇ ਕਥਾ ਵੀ ਕਰਦਾ ਸੀ ਤੇ ਨਿਤਨੇਮ ਦਾ ਬੜਾ ਪੱਕਾ ਸੀ। ਉਦੈਪੁਰ ਦਾ ਰਾਜਾ ਹਰ ਰੋਜ਼ ਸ਼ਾਮ ਨੂੰ ਆਰਤੀ ਦੀ ਸਮਾਪਤੀ ਵੇਲੇ ਚਤਰਭੁਜ ਮੂਰਤੀ ਦੇ ਦਰਸ਼ਨ ਨੂੰ ਆਇਆ ਕਰਦਾ ਸੀ। ਰਾਜੇ ਵੱਲੋਂ ਇੱਕ ਫੁੱਲਾਂ ਦੀ ਮਾਲਾ ਰੋਜ਼ ਮੂਰਤੀ ਉੱਪਰ ਚੜ੍ਹਦੀ ਸੀ। ਉਹੀ ਮਾਲਾ ਰਾਜੇ ਦੇ ਆਉਣ 'ਤੇ ਪ੍ਰਸ਼ਾਦ ਦੇ ਤੌਰ 'ਤੇ ਰਾਜੇ ਦੇ ਗਲ ਪਹਿਨਾਈ ਜਾਂਦੀ ਸੀ। ਇੱਕ ਦਿਨ ਕਿਸੇ ਕਾਰਨ ਕਰਕੇ ਰਾਜੇ ਨੂੰ ਮੰਦਰ ਵਿੱਚ ਆਉਣ ਤੋਂ ਦੇਰ ਹੋ ਗਈ ਤਾਂ ਪੁਜਾਰੀ ਨੇ ਉਡੀਕ ਕੇ ਮੰਦਰ ਦੇ ਬੂਹੇ ਬੰਦ ਕਰ ਦਿੱਤੇ ਅਤੇ ਠਾਕੁਰ ਜੀ ਦੇ ਗਲੋਂ ਫੁੱਲਾਂ ਦੀ ਮਾਲਾ ਉਤਾਰ ਕੇ ਆਪਣੇ ਗਲ ਪਾ ਕੇ ਸੌਂ ਗਿਆ। ਇਤਨੇ ਚਿਰ ਨੂੰ ਰਾਜਾ ਜੀ ਦੇ ਰੱਥ ਆਉਣ ਦੀ ਆਵਾਜ਼ ਕੰਨੀ ਪੈ ਗਈ। ਪੰਡਤ ਜੀ ਨੇ ਝੱਟ ਉੱਠ ਕੇ ਆਪਣੇ ਗਲੋਂ ਮਾਲਾ ਲਾਹ ਕੇ ਮੁੜ ਠਾਕੁਰ ਜੀ ਦੇ ਗਲ ਪਾ ਦਿੱਤੀ। ਪਰ ਕਾਹਲੀ ਕਰਨ ਵਿੱਚ ਅਜਿਹਾ ਹੋਇਆ ਕਿ ਪੰਡਤ ਜੀ ਦੀ ਦਾੜੀ ਦਾ ਇੱਕ ਚਿੱਟਾ ਵਾਲ ਮਾਲਾ ਦੇ ਨਾਲ ਲੱਗ ਗਿਆ। ਇਤਨੇ ਨੂੰ ਰਾਜਾ ਜੀ ਨੇ ਬੂਹਾ ਆ ਕੇ ਖੜਕਾਇਆ ਤਾਂ ਪੰਡਤ ਜੀ ਨੇ ਝੱਟ ਆ ਕੇ ਦਰਵਾਜ਼ਾ ਖੋਲ੍ਹਿਆ। ਰਾਜਾ ਜੀ ਅੰਦਰ ਪ੍ਰਵੇਸ਼ ਕਰਕੇ ਠਾਕੁਰ ਜੀ ਦੀ ਮੂਰਤੀ ਅੱਗੇ ਡੰਡੌਤ ਪ੍ਰਣਾਮ ਕਰਕੇ ਬੈਠ ਗਏ। ਦੇਵਾ ਬ੍ਰਾਹਮਣ ਨੇ ਠਾਕੁਰ ਜੀ ਦੇ ਗਲ 'ਚੋਂ ਮਾਲਾ ਉਤਾਰ ਕੇ ਰਾਜਾ ਨੂੰ ਪ੍ਰਸ਼ਾਦ ਦਿੱਤਾ। ਮਾਲਾ ਨਾਲ ਚਿੱਟਾ ਵਾਲ ਲੱਗਾ ਹੋਇਆ ਦੇਖ ਕੇ ਰਾਜਾ ਜੀ ਤਾੜ ਗਏ ਕਿ ਇਹ ਫੁੱਲਾਂ ਦੀ ਮਾਲਾ ਬੁੱਢੇ ਬ੍ਰਾਹਮਣ ਨੇ ਆਪਣੇ ਗਲ 'ਚੋਂ ਲਾਹ ਕੇ ਪ੍ਰਭੂ ਦੇ ਗਲ ਪਾਈ ਹੈ, ਹੁਣ ਇਸਨੇ ਮੇਰੇ ਗਲ ਪਾ ਦਿੱਤੀ ਹੈ। ਤਦ ਰਾਜਾ ਜੀ ਨੇ ਵਿਅੰਗ ਬਚਨਾਂ ਨਾਲ ਕਿਹਾ, ਪੁਜਾਰੀ ਜੀ, ਕੀ ਠਾਕੁਰ ਜੀ ਨੂੰ ਧੌਲੇ ਆ ਗਏ ਹਨ? ਇਸ ਦੇ ਉੱਤਰ ਵਿੱਚ ਪੰਡਤ ਜੀ ਨੇ ਕਿਹਾ, ਜੀ ਹਾਂ, ਠਾਕੁਰ ਜੀ ਨੂੰ ਧੌਲੇ ਆ ਗਏ ਹਨ। ਤਾਂ ਰਾਜਾ ਨੇ ਕਿਹਾ, ਚੰਗਾ, ਮੈਂ ਕੱਲ੍ਹ ਸਵੇਰੇ ਆ ਕੇ ਵੇਖਾਂਗਾ। ਇਹ ਕਹਿ ਕੇ ਰਾਜਾ ਤਾਂ ਚਲਾ ਗਿਆ। ਪਿੱਛੋਂ ਪੰਡਤ ਜੀ ਕਈ ਤਰ੍ਹਾਂ ਦੀਆਂ ਸੋਚਾਂ ਸੋਚਣ ਲੱਗ ਪਏ। ਦਿਲ ਵਿੱਚ ਆਖਦੇ ਹਨ ਕਿ ਜੇ ਇਹ ਮੇਰੀ ਭੁੱਲ ਜ਼ਾਹਰ ਹੋ ਗਈ ਤਾਂ ਬਸ ਫੇਰ ਕੀ ਹੋਣਾ ਹੈ ਕਿ ਫਾਂਸੀ ਦੀ ਸਜ਼ਾ ਭੁਗਤਣੀ ਪਏਗੀ। ਜਿਸ ਵੇਲੇ ਦੇਵਾ ਬ੍ਰਾਹਮਣ ਨੂੰ ਆਪਣੀ ਮੌਤ ਨੇੜੇ ਆਈ ਦਿਸੀ ਤਾਂ ਇੱਕ ਮਨ ਹੋ ਕੇ ਪ੍ਰਭੂ ਦੇ ਦਰ 'ਤੇ ਡਿੱਗ ਪਿਆ ਔਰ ਸਾਰੀ ਰਾਤ ਬੇਨਤੀ ਕਰਦਿਆਂ ਗੁਜ਼ਾਰੀ। ਅੰਤ ਵਿੱਚ ਕਿਹਾ, ਹੇ ਪ੍ਰਭੂ ਜੀ, ਭਗਤ ਵਛਲ ਜਬ ਮੈਂ ਸੁਣਿਓ ਤਬ ਮੈਂ ਦੀਨੋਂ ਰੋਏ, ਪਤਿਤ ਪਾਵਨ ਜਬ ਹਰ ਸੁਣਿਓ ਰਹਿਓ ਭਰੋਸੇ ਸੋਏ। ਭਗਤ ਵਛਲ ਸੁਨ ਹੋਤ ਨਿਰਾਸ ਹਿਰਦੈ, ਪਤਿਤ ਪਾਵਨ ਸੁਨ ਆਸਾ ਪੁਰਧਾਰ ਹੋਂ, ਅੰਤਰਜਾਮੀ ਸੁਨ ਕੰਪਤ ਹੋਂ ਅੰਤਰਗਤ, ਦੀਨ ਕੈ ਦਇਆਲ ਸੁਨ ਭੈ ਭ੍ਰਮਟਾਰ ਹੋਂ। ਜਲਧਰ ਸੰਗਮ ਕੈ ਅਫਲ ਸੇਂਬਲ द्रुम, ਚੰਦਨ ਸੁਗੰਧ ਸੰਬੰਧ ਮਲਗਾਰ ਹੋਂ, ਆਪਣੀ ਕਰਨੀ ਕਰ ਨਰਕ ਹੋ ਨਾ ਪਾਵੋ ਠੌਰ, ਤੁਮਰੇ ਬਿਰਧ ਕਰ ਆਸਰੋ ਸਮਾਰ ਹੋ। ਜਿਸ ਵੇਲੇ ਦੇਵੇ ਬ੍ਰਾਹਮਣ ਦੀ ਕੀਤੀ ਹੋਈ ਅਰਜ਼ੋਈ ਪ੍ਰਵਾਨ ਹੋਈ ਤਾਂ ਪ੍ਰਭੂ ਜੀ ਨੇ ਠਾਕੁਰ ਦੀ ਮੂਰਤੀ 'ਤੇ ਰੋਮ ਧਾਰਨ ਕਰ ਲਏ। ਜਦ ਦਿਨ ਚੜ੍ਹਿਆ ਤਾਂ ਪੰਡਤ ਨੇ ਉਦਾਸਤਾਈ ਵਿੱਚ ਹੀ ਇਸ਼ਨਾਨ ਵਗੈਰਾ ਵਾਲੀ ਨਿਤ ਕਿਰਿਆ ਕੀਤੀ, ਪਰੰਤੂ ਸਿਮਰਨ ਵਿੱਚ ਅੱਗੇ ਨਾਲੋਂ ਡਾਢਾ ਸਵਾਦ ਆਇਆ ਕਿਉਂਕਿ ਉਸ ਦਾ ਮਨ ਇਕਾਗਰਤਾ ਵਿੱਚ ਸੀ। ਜਦ ਆਪਣੀ ਨਿਤ ਕਿਰਿਆ ਤੋਂ ਵਿਹਲਾ ਹੋ ਕੇ ਠਾਕੁਰ ਜੀ ਨੂੰ ਇਸ਼ਨਾਨ ਕਰਾਉਣ ਲਈ ਮੰਦਰ ਦਾ ਬੂਹਾ ਖੋਲ੍ਹਿਆ ਤਾਂ ਦੇਵਾ ਪੰਡਤ ਨੂੰ ਉਹ ਸੁੱਖ ਪ੍ਰਾਪਤ ਹੋਇਆ ਜੋ ਗੁੰਗੇ ਦੇ ਗੁੜ ਖਾਣ ਮਨਿੰਦ ਕਿਹਾ ਨਹੀਂ ਜਾਂਦਾ। ਠਾਕੁਰ ਜੀ ਦੇ ਮੂੰਹ 'ਤੇ ਲੰਮਾ ਤੇ ਧੌਲਾ ਦਾੜਾ ਦੇਖ ਕੇ ਆਨੰਦ ਦੀ ਹੱਦ ਨਾ ਰਹੀ ਤੇ ਰਾਜਾ ਵੀ ਆਰਤੀ ਤੋਂ ਪਹਿਲਾਂ ਆ ਪਹੁੰਚਿਆ। ਠਾਕੁਰ ਦੀ ਮੂਰਤੀ ਦਾੜੀ ਸੰਯੁਕਤ ਵੇਖ ਕੇ ਹੈਰਾਨ ਹੋ ਗਏ। ਰਾਜੇ ਨੇ ਸਮਝਿਆ ਇਹ ਬੁੱਢੇ ਬ੍ਰਾਹਮਣ ਦੀ ਚਲਾਕੀ ਹੈ ਜੋ ਇਸਨੇ ਆਪਣੀ ਗੱਲ ਸੱਚੀ ਕਰਨ ਵਾਸਤੇ ਕਿਸੇ ਤਰ੍ਹਾਂ ਪੱਥਰ ਨਾਲ
ਰੋਮ ਚਮੜਾ ਦਿੱਤੇ ਹਨ, ਨਹੀਂ ਤਾਂ ਪੱਥਰ ਨੂੰ ਵਾਲ ਕਿਵੇਂ ਉੱਗ ਸਕਦੇ ਹਨ। ਇਸ ਗੱਲ ਦੀ ਤਸੱਲੀ ਕਰਨ ਵਾਸਤੇ ਜਦ ਰਾਜਾ ਨੇ ਉਹ ਰੋਮ ਖਿੱਚੇ ਤਾਂ ਕਈ ਵਾਲ ਵਿੱਚੋਂ ਪੁੱਟੇ ਗਏ, ਜਿਨ੍ਹਾਂ 'ਚੋਂ ਲਹੂ ਨਿਕਲ ਆਇਆ। ਉਸੇ ਵੇਲੇ ਰਾਜਾ ਆਪ ਗਸ਼ ਖਾ ਕੇ ਡਿੱਗ ਪਿਆ। ਕੁਝ ਕੁ ਸਮੇਂ ਬਾਅਦ ਜਦ ਸੁਰਤ ਆਈ ਤਾਂ ਰਾਜੇ ਨੇ ਮਾਫੀ ਮੰਗੀ। ਉਸ ਵੇਲੇ ਚਤੁਰਭੁਜ ਸਵਾਮੀ ਨੇ ਕਿਹਾ, ਅੱਜ ਤੋਂ ਲੈ ਕੇ ਕੋਈ ਰਾਜਾ ਇਸ ਮੰਦਰ ਵਿੱਚ ਨਾ ਆਵੇ। ਜਦ ਤੱਕ ਰਾਜਕੁਮਾਰ ਰਹੇ ਤਦ ਤੱਕ ਦਰਸ਼ਨ ਕਰਨ ਆਵੇ। ਜਦ ਗੱਦੀ 'ਤੇ ਬੈਠ ਜਾਏ ਫਿਰ ਮੰਦਰ ਵਿੱਚ ਨਾ ਆਵੇ। ਇੰਨਾ ਹੀ ਦੰਡ ਬਹੁਤ ਹੈ। ਉਸ ਦਿਨ ਤੋਂ ਲੈ ਕੇ ਉਦੈਪੁਰ ਦਾ ਕੋਈ ਵੀ ਰਾਜਾ ਅੱਜ ਤੱਕ ਉਸ ਮੰਦਰ ਵਿੱਚ ਨਹੀਂ ਜਾਂਦਾ। ਕੇਵਲ ਰਾਜਕੁਮਾਰ ਹੀ ਜਾ ਕੇ ਦਰਸ਼ਨ ਕਰਕੇ ਭੇਟਾ ਚੜਾਉਂਦੇ ਹਨ ਤੇ ਪ੍ਰਸ਼ਾਦ ਲੈਂਦੇ ਹਨ। ਇਸ ਗੱਲ ਦਾ ਇਸ਼ਾਰਾ ਦੇ ਕੇ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਪੱਥਰ ਦੀ ਮੂਰਤੀ ਨੇ ਦੇਵਾ ਪੰਡੇ ਨੂੰ ਤਾਰ ਦਿੱਤਾ ਤੇ ਸਾਖਿਆਤ ਰਾਮ ਨਾਮ ਕਹਿਣ ਵਾਲਾ ਭਲਾ ਇਹ ਜਨ ਕਿਉਂ ਨਹੀਂ ਤਰੇਗਾ, ਭਾਵ ਜ਼ਰੂਰ ਤਰੇਗਾ। ਜਿਸ ਪ੍ਰਕਾਸ਼ ਰੂਪ ਰਾਮਚੰਦਰ ਜੀ ਨੇ ਪੁਲ ਬੰਨਣ ਸਮੇਂ ਪੱਥਰ ਅਤੇ ਬੜੇ ਬੜੇ ਪਹਾੜ ਤਾਰਨਾ ਕੀਤੇ ਸਨ, ਤੇ ਇਸ ਰਾਮ ਦਾ ਨਾਮ ਕਹਿਣ ਨਾਲ ਮਨੁੱਖ ਕਿਉਂ ਨਹੀਂ ਤਰੇਗਾ, ਭਾਵ ਜ਼ਰੂਰ ਤਰੇਗਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 345 ਉੱਪਰ ਭਗਤ ਨਾਮਦੇਵ ਜੀ ਦਾ ਲਿਖਿਆ ਇੱਕ ਸ਼ਬਦ ਹੈ, ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ, ਤਾਰੀਲੇ ਗਨਕਾ ਬਿਨ ਰੂਪ ਕੁਬਿਜਾ, ਬਿਆਦ ਅਜਾਮਲ ਤਾਰੀਅਲੇ, ਚਰਨ ਬਦਿਕ ਜਨ ਤੇਊ ਮੁਕਤ ਭਏ, ਹਉ ਬਲ ਬਲ ਜਿਨ ਰਾਮ ਕਹੇ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ, ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸੁਆਮੀ ਤੇ ਉਤਰੇ। ਹੇ ਪ੍ਰਭੂ ਜੀ, ਉਹ ਪੱਥਰ ਵੀ ਸਮੁੰਦਰ ਉੱਤੇ ਤੁਸੀਂ ਤਰਾ ਦਿੱਤੇ ਹਨ, ਜਿਨ੍ਹਾਂ ਉੱਤੇ ਤੇਰਾ ਰਾਮ ਨਾਮ ਲਿਖਿਆ ਗਿਆ ਸੀ। ਉਹ ਮਨੁੱਖ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰਨਗੇ ਜੋ ਤੇਰਾ ਨਾਮ ਸਿਮਰਦੇ ਹਨ। ਹੇ ਪ੍ਰਭੂ ਜੀ, ਤੂੰ ਮੰਦ ਕਰਮਣ ਵੈਸਵਾ ਵਿਕਾਰਾਂ ਤੋਂ ਬਚਾ ਲਈ। ਤੂੰ ਕੁਰੂਪ ਕੁਬਜਾ ਦਾ ਕੋਈ ਦੂਰ ਕੀਤਾ। ਤੂੰ ਵਿਕਾਰਾਂ ਵਿੱਚ ਗਲੇ ਹੋਏ ਅਜਾਮਲ ਨੂੰ ਉਤਾਰ ਦਿੱਤਾ। ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਅਤੇ ਅਜਿਹੇ ਕਈ ਵਿਕਾਰੀ ਬੰਦੇ ਤੇਰੀ ਮਿਹਰ ਨਾਲ ਮੁਕਤ ਹੋ ਗਏ। ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ। ਹੇ ਪ੍ਰਭੂ ਜੀ, ਗੋਲੀ ਦਾ ਪੁੱਤਰ ਬਿਦਰ ਤੇਰਾ ਭਗਤ ਪ੍ਰਸਿੱਧ ਹੋਇਆ ਹੈ। ਸੁਦਾਮਾ ਇਸ ਦਾ ਤੂੰ ਦਲਿੱਦਰ ਕੱਟਿਆ ਤੇ ਉਗਰਸੈਨ ਨੂੰ ਤੂੰ ਰਾਜ ਦਿੱਤਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਹੇ ਨਾਮਦੇਵ ਦੇ ਸੁਆਮੀ, ਤੇਰੀ ਕਿਰਪਾ ਨਾਲ ਉਹ ਤਰ ਗਏ ਹਨ ਜਿਨ੍ਹਾਂ ਨੇ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ ਤੇ ਕੋਈ ਚੰਗੇ ਅਮਲ ਨਹੀਂ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।